My dear students and my dear friends, welcome to my channel. Today's our topic is the story Sparrows, written by K.A. Abbas. Today we will discuss about the main character Rahim Khan, theme of the chapter, main idea of this chapter, and short type questions. First, here is the character of Rahim Khan. Rahim Khan is a prominent character of the chapter. Rahim Khan पाठ दा मुख्य पात्र है. It is written by world famous writer K.A. Abbas. K.A. Abbas जो कि विश्व प्रसिद्ध लेखक द्वारा लिखित है. He remains present from the beginning to end. ਉਹ ਪਾਠ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਪਾਠ ਵਿੱਚ ਬਣਿਆ ਰਹਿੰਦਾ ਹੈ. Whole story cannot exist without this character. ਪੂਰੀ ਕਹਾਣੀ ਇਸ ਕਿਰਦਾਰ ਤੋਂ ਬਿਨਾ ਆਪਣੇ ਵਜੂਦ ਵਿੱਚ ਨਹੀਂ ਰਹਿ ਸਕਦੀ. He knits the plot and theme. ਉਹ ਕਹਾਣੀ ਦੇ ਥੀਮ ਅਤੇ ਕਥਾ ਵਸਤੂ ਨੂੰ ਬੁਣਦਾ ਹੈ. ਪਿਆਰੇ ਬੱਚਿਓ, ਤੁਹਾਨੂੰ ਪਤਾ ਹੈ ਕਿ ਅਸੀਂ ਕਰੈਕਟਰ ਲਿਖਣ ਲੱਗਿਆਂ ਕੁਝ ਬਹੁਤ ਵਧੀਆ ਲਾਈਨਾਂ ਜਿਹੜੀਆਂ ਨੇ ਆਲਰੇਡੀ ਸੈੱਟ ਕੀਤੀਆਂ ਹੋਈਆਂ ਨੇ. ਇੱਕ ਪੂਰਾ ਪੈਰਾ ਸੈੱਟ ਕੀਤਾ ਹੈ ਜਿਸ ਤੋਂ ਅਸੀਂ ਕਰੈਕਟਰ ਦੀ ਸ਼ੁਰੂਆਤ ਕਰਦੇ ਹਾਂ ਅਤੇ ਉਹਨਾਂ ਤੋਂ ਹੀ ਅਸੀਂ ਸ਼ੁਰੂਆਤ ਕੀਤੀ ਹੈ. ਠੀਕ ਹੈ. ਹੇਅਰ ਇਜ਼ ਅਬਾਊਟ ਦ ਰਹੀਮ ਖਾਨ. ਠੀਕ ਹੈ. ਰਹੀਮ ਖਾਨ ਵਾਜ਼ ਵੰਸ ਫੁੱਲ ਆਫ ਲਾਈਫ. ਪੂਰੀ ਜ਼ਿੰਦਗੀ ਭਰਪੂਰ ਜ਼ਿੰਦਗੀ ਜੀਣ ਵਾਲਾ ਬੰਦਾ ਸੀ ਰਹੀਮ ਖਾਨ. ਠੀਕ ਹੈ. ਹੀ ਵਾਜ਼ ਲਵਿੰਗ ਵਾਰਮਥ ਐਂਡ ਫਰੈਂਡਲੀ. ਉਹ ਪਿਆਰ ਭਰਪੂਰ ਜੋਸ਼ੋ ਖਰੋਸ਼ ਵਾਲਾ ਅਤੇ ਦੋਸਤਾਨਾ ਤਬੀਅਤ ਰੱਖਣ ਵਾਲਾ ਵਿਅਕਤੀ ਸੀ. ਆਪਣੀ ਲਾਈਫ ਦੇ ਸ਼ੁਰੂਆਤ ਦੇ ਵਿੱਚ ਹੀ ਵਾਜ਼ ਲਾਈਕ ਦਿਸ. ਹੀ ਵਾਜ਼ ਏ ਗੁੱਡ ਰੈਸਲਰ. ਉਹ ਇੱਕ ਅੱਛਾ ਪਹਿਲਵਾਨ ਸੀ. ਘੋਲ ਕਰਦਾ ਸੀਗਾ. ਠੀਕ ਹੈ. ਅਖਾੜੇ ਵਿੱਚ ਉਹਦਾ ਨਾਮ ਸੀ. ਹੀ ਵਾਜ਼ ਏ ਗੁੱਡ ਸਵਿਮਰ. ਉਹ ਇੱਕ ਚੰਗਾ ਤੈਰਾਕ ਵੀ ਸੀ. ਹੀ ਵਾਜ਼ ਏ ਲਵਰ. ਉਹ ਪ੍ਰੇਮੀ ਸੀ. ਐਂਡ ਹੀ ਲਵਡ ਏ ਗਰਲ ਨੇਮਡ ਰਾਧਾ. ਉਹ ਇੱਕ ਲੜਕੀ ਨਾਲ ਪਿਆਰ ਕਰਦਾ ਸੀ ਜਿਸ ਦਾ ਨਾਮ ਰਾਧਾ ਸੀ. ਲਵ ਲੋਸਟ ਮੀਨਸ everything was lost to him. ਪਿਆਰ ਵਿੱਚ ਹਾਰ ਉਸ ਦੇ ਲਈ ਸਭ ਕੁਝ ਹਾਰ ਦੇ ਬਰਾਬਰ ਸੀ. ਉਸਨੇ ਇਹ ਸੋਚਿਆ ਕਿ ਮੈਂ ਜ਼ਿੰਦਗੀ ਦੀ ਹਰ ਖੇਤਰ ਦੇ ਵਿੱਚ ਹਾਰ ਗਿਆ ਹਾਂ. ਲਵ ਲੋਸਟ. ਦਿਸ ਮਸਟ ਨਾਟ ਬੀ. ਪਿਆਰੇ ਬੱਚਿਓ, ਲੇਕਿਨ ਇੰਝ ਨਹੀਂ ਹੋਣਾ ਚਾਹੀਦਾ. ਇੱਕ ਖੇਤਰ ਦੇ ਵਿੱਚ ਹਾਰ ਹਰ ਖੇਤਰ ਵਿੱਚ ਹਾਰ ਨਹੀਂ ਮੰਨਣੀ ਚਾਹੀਦੀ. ਆਪਣਾ ਦਿਲ ਤੋੜ ਕੇ ਜ਼ਿੰਦਗੀ ਨੂੰ ਖੇਰੂ ਨਹੀਂ ਕਰਨਾ ਚਾਹੀਦਾ. ਅਨਮੈਚਡ ਰੈਸਲਰ ਐਂਡ ਸਵਿਮਰ ਬਿਕੇਮ ਬਿਗ ਨੈਗੇਟਿਵ. ਬੇਜੋੜ ਰੈਸਲਰ ਅਤੇ ਤੈਰਾਕ ਇੱਕ ਬਹੁਤ ਵੱਡੀ ਨਕਾਰਾਤਮਕ ਹੈਸੀਅਤ ਬਣ ਗਿਆ, ਸ਼ਖਸੀਅਤ ਬਣ ਗਿਆ, ਬਿਗ ਨੈਗੇਟਿਵ ਬਣ ਗਿਆ. ਹੀ ਬਿਕੇਮ ਪੈਸਿਮਿਸਟ. ਪੈਸਿਮਿਸਟ ਵੀ ਬੱਚੇ ਉਸ ਬੰਦੇ ਨੂੰ ਕਹਿੰਦੇ ਨੇ ਜਿਸ ਦੀ ਜ਼ਿੰਦਗੀ ਦੇ ਵਿੱਚ ਆਸ ਨਾ ਹੋਏ. ਠੀਕ ਹੈ. ਨਿਰਾਸ਼ਾਵਾਦੀ ਵਿਅਕਤੀ. ਹੀ ਸੌ ਓਨਲੀ ਦ ਡਾਰਕ ਸਾਈਡ ਆਫ ਲਾਈਫ. ਉਹ ਜ਼ਿੰਦਗੀ ਦੇ ਹਨੇਰੇ ਪੱਖ ਨੂੰ ਹੀ ਹਮੇਸ਼ਾ ਦੇਖਣ ਲੱਗਾ. ਹਿਜ਼ ਆਈਜ਼ ਫਿਕਸਡ ਔਨ ਹਿਜ਼ ਸਕਲ, ਔਨ ਹਿਜ਼ ਡਿਫੀਟ ਇਨ ਲਵ, ਹਿਜ਼ ਲੋਸਟ ਅੰਬੀਸ਼ਨ ਆਫ ਜੁਆਇਨਿੰਗ ਸਰਕਸ. ਉਸ ਦੀਆਂ ਅੱਖਾਂ ਉਸ ਦੇ ਸਿਰ ਦੇ ਪਿੱਛੇ ਹੀ ਲੱਗੀਆਂ ਰਹਿੰਦੀਆਂ ਸਨ. ਭਾਵ ਕਿ ਉਹ ਹਮੇਸ਼ਾ ਆਪਣੇ ਪਿਛੋਕੜ ਨੂੰ ਹੀ ਦੇਖਦਾ ਰਹਿੰਦਾ ਸੀ ਜਿਸ ਦੇ ਵਿੱਚ ਪਿਆਰ ਵਿੱਚ ਹਾਰ ਅਤੇ ਉਸ ਦੇ ਜ਼ਿੰਦਗੀ ਦਾ ਟੀਚਾ ਜੋ ਕਿ ਸਰਕਸ ਜੁਆਇਨ ਕਰਨ ਦਾ ਸੀ ਨੂੰ ਨਾ ਪ੍ਰਾਪਤ ਕਰਨਾ ਸੀ. ਵਾਟ ਏ ਫਾਲ. ਉਸ ਦੇ ਲਈ ਕਿੰਨੀ ਨਿਰਾਸ਼ਾ ਵਾਲੀ ਗੱਲ ਸੀ ਜਾਂ ਕਿੰਨੀ ਗਿਰਾਵਟ ਵਾਲੀ ਗੱਲ ਸੀ ਜਾਂ ਜ਼ਿੰਦਗੀ ਦੇ ਵਿੱਚ what a defeat we can say.
he could not stand out from this fall. ਉਹ ਜ਼ਿੰਦਗੀ ਦੇ ਇਸ ਜਿਹੜਾ ਹੈ ਨਿਚਾਈਆਂ 'ਚ ਜਿਹੜਾ ਉਹ ਗਿਰ ਗਿਆ ਸੀ ਉਸ ਤੋਂ ਕਦੇ ਉੱਪਰ ਨਹੀਂ ਉੱਠ ਸਕਿਆ. he could not stand out from this loss. ਠੀਕ ਹੈ, ਪਰ ਬੱਚਿਓ ਇਹ ਕਿਹਾ ਜਾਂਦਾ ਹੈ but nothing is greater than your life. ਕੀ but nothing is greater than your life. ਤੁਹਾਡੀ ਜ਼ਿੰਦਗੀ ਨਾਲੋਂ ਉੱਚੀ ਚੀਜ਼ ਕੋਈ ਨਹੀਂ ਹੈ. ਠੀਕ ਹੈ, ਤੇ ਉਸ ਦੀ ਸਾਨੂੰ ਕਦਰੋ ਕੀਮਤ ਕਰਨੀ ਚਾਹੀਦੀ ਹੈ. he was like a beast. ਉਹ ਇੱਕ ਜਿਹੜਾ ਹੈ ਜਾਨਵਰ ਜਿਹਾ ਬਣ ਗਿਆ. he treated everyone with abuses, accusing and beating. ਉਹ ਹਰ ਇੱਕ ਨੂੰ ਗਾਲੀ ਗਲੋਚ ਅਤੇ ਮਾਰ ਕੁੱਟ ਦੇ ਨਾਲ ਹੀ ਟਰੀਟ ਕਰਦਾ ਸੀ, ਵਿਵਹਾਰ ਕਰਦਾ ਸੀ. innocent wife and helpless sons became victims of his cruelty. ਉਸ ਦੀ ਜਿਹੜੀ ਹੈ ਨਿਰਪਰਾਧ ਔਰਤ ਅਤੇ ਅਸਹਾਏ ਬੱਚੇ ਉਸ ਦੇ ਜ਼ੁਲਮ ਦੇ ਸ਼ਿਕਾਰ ਬਣੇ. ਉਹ ਉਹਨਾਂ ਨੂੰ ਹਰ ਰੋਜ਼ ਤਕਰੀਬਨ ਕੁੱਟਦਾ ਸੀ, ਆਪਣੀ ਵਾਈਫ ਨੂੰ ਤਾਂ ਹਰ ਰੋਜ਼ ਕੁੱਟਦਾ ਸੀ. what was their fault? ਉਹਨਾਂ ਦਾ ਕਸੂਰ ਕੀ ਸੀ? ਬੱਚੇ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਕੋਈ ਕਸੂਰ ਨਹੀਂ ਸੀ ਤੇ ਉਹ ਬੇਵਜ੍ਹਾ ਉਹਨਾਂ ਨੂੰ ਕੁੱਟਦਾ ਸੀ. ਉਸ ਦੀ ਨਿਰਾਸ਼ਾ ਕਿਤੇ ਹੋਰ ਸੀ, ਕਿਸੇ ਹੋਰ ਕਾਰਨ 'ਤੇ ਸੀ, ਲੇਕਿਨ ਇਹ ਹੈ ਕਿ ਉਹ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਹਰੇਕ ਨੂੰ ਇੱਕ ਰੱਸੀ ਦੇ ਨਾਲ ਹੀ ਬੰਨ੍ਹਣ ਲੱਗ ਪਿਆ. see forward, march forward, look for green pastures. ਅੱਗੇ ਦੇਖੋ, ਭਵਿੱਖ ਵੱਲ ਦੇਖੋ ਔਰ ਭਵਿੱਖ ਨੂੰ ਪ੍ਰਾਪਤ ਕਰਨ ਲਈ ਅੱਗੇ ਵਧੋ. look for green pastures. ਖੁਸ਼ੀਆਂ ਦੀ ਤਲਾਸ਼ ਕਰੋ. your failure must create something creative and noble. ਤੁਹਾਡੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਜੇਕਰ ਤੁਹਾਨੂੰ ਕਿਤੇ ਅਸਫਲਤਾਵਾਂ ਮਿਲੀਆਂ ਹਨ ਤਾਂ ਉਹ ਤੁਹਾਨੂੰ ਕੁਝ ਸਕਾਰਾਤਮਕ ਔਰ ਵਧੀਆ ਸੋਚਣ ਲਈ ਪ੍ਰੇਰਿਤ ਕਰਨ. he could not think so, but ਉਹ ਅਜਿਹਾ ਨਹੀਂ ਸੋਚ ਸਕਿਆ. the wife and the children ran away from him. ਉਸ ਦੀ ਪਤਨੀ ਤੇ ਬੱਚੇ ਉਸ ਨੂੰ ਛੱਡ ਕੇ ਭੱਜ ਗਏ. he was left lonely. ਉਹ ਇਕੱਲਾ ਰਹਿ ਗਿਆ. this loneliness rekindled the hidden goodness. ਤੇ ਜਦੋਂ ਉਹ ਇਕੱਲਾ ਸੀ ਤੇ ਉਸ ਦੀਆਂ ਛੁਪੀਆਂ ਹੋਈਆਂ ਚੰਗਾਪਨ ਜਿਹੜਾ ਸੀ ਉਹ ਦੁਬਾਰਾ ਜਾਗਰਿਤ ਹੋਇਆ. ਹਾਂਜੀ, he cares the sparrows. ਉਸਨੇ ਜਿਹੜਾ ਹੈ ਚਿੜੀਆਂ ਦਾ ਜਿਹੜਾ ਹੈ ਕੇਅਰ ਕਰਨੀ ਸ਼ੁਰੂ ਕਰ ਦਿੱਤੀ, ਧਿਆਨ ਕਰਨਾ ਸ਼ੁਰੂ ਕਰ ਦਿੱਤਾ. he feeds them. ਉਹ ਉਹਨਾਂ ਨੂੰ ਖਾਣਾ ਖਿਲਾਉਂਦਾ ਸੀ, ਚੋਗਾ ਦਿੰਦਾ ਸੀ. he used to call them ਨੂਰੂ ਐਂਡ ਬੂੰਦੂ. ਉਹ ਉਹਨਾਂ ਨੂੰ ਨੂਰੂ ਅਤੇ ਬੂੰਦੂ ਦੇ ਨਾਂ ਨਾਲ ਬੁਲਾਉਂਦਾ ਸੀ. ਨੇਮਸ ਆਫਟਰ ਹਿਸ ਸਨਸ, ਜਿਹੜੇ ਕਿ ਉਸ ਦੇ ਆਪਣੇ ਬੱਚਿਆਂ ਦੇ ਨਾਂ ਸਨ. ਸੋ ਬੱਚਿਓ, ਇਸ ਦੇ ਵਿੱਚ ਲੇਖਕ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਕਿਸੇ ਵੀ ਆਦਮੀ ਦੇ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਵੀ ਜਿਹੜੇ ਹੈ ਐਸੀ ਘਟਨਾ ਨਹੀਂ ਰਹਿੰਦੀ ਕਿ ਜਿਸ ਦੇ ਨਾਲ ਉਹ ਜ਼ਿੰਦਗੀ ਦੇ ਵਿੱਚ ਬਹੁਤ ਉਸ ਦੇ ਨੋਬਲਨੈਸ ਔਰ ਉਸ ਦੀ ਗੁੱਡਨੈਸ ਕਦੇ ਵੀ ਜਿਹੜੀ ਹੈ ਐਸੀ ਨਹੀਂ ਹੁੰਦੀ ਕਿ ਉਹਦਾ ਪੂਰਾ ਖਾਤਮਾ ਹੋ ਜਾਏ, ਉਸ ਦਾ ਪੂਰਾ ਜਿਹੜਾ ਹੈ ਹੋ ਜਾਏ, ਖਤਮ ਹੋ ਜਾਏ. ਮੌਕਾ ਪੈਣ 'ਤੇ ਉਸ ਦੀ ਗੁੱਡਨੈਸ, ਉਸ ਦਾ ਅੱਛਾਪਨ ਜਾਗਰਿਤ ਹੋ ਜਾਂਦਾ ਹੈ. ਰਹੀਮ ਇਜ਼ ਟੂ ਵੀਕ ਟੂ ਟੇਕ ਡਿਸੀਜ਼ਨਸ. ਰਹੀਮ ਇੰਨਾ ਕੁ ਕਮਜ਼ੋਰ ਸੀ ਮਾਨਸਿਕ ਰੂਪ ਦੇ ਨਾਲ ਕਿ ਉਹ ਕੋਈ ਵੀ ਡਿਸੀਜ਼ਨ ਨਹੀਂ ਲੈ ਸਕਦਾ ਸੀ. ਪਤਾ ਹੀ ਹੋਏਗਾ ਬੱਚਿਓ ਤੁਹਾਨੂੰ ਕਿ ਜੇਕਰ ਮੈਰਿਜ ਦੇ ਵਾਸਤੇ ਸੋਚਿਆ ਤਾਂ ਉਹ ਡਿਸੀਜ਼ਨ ਨਹੀਂ ਲੈ ਸਕਿਆ. ਸਰਕਸ ਜੁਆਇਨ ਕਰਨੀ ਸੀ ਤੇ ਡਿਸੀਜ਼ਨ ਨਹੀਂ ਲੈ ਸਕਿਆ ਤੇ ਆਪਣੇ ਮਾਪਿਓ ਵੱਲ ਜਾਂ ਦੂਸਰਿਆਂ ਵੱਲ ਦੇਖਦਾ ਰਿਹਾ ਕਿ ਉਹ ਕੀ ਕਹਿੰਦੇ ਨੇ. ਹੀ ਮਸਟ ਹੈਵ, ਉਸ ਨੂੰ ਅਵਸ਼ ਹੀ ਇੱਦਾਂ ਦੇ ਡਿਸੀਜ਼ਨ ਲੈਣੇ ਚਾਹੀਦੇ ਸਨ. ਹੀ ਮਸਟ ਹੈਵ
ਮੀਨਸ ਉਸਨੂੰ ਅਵශ්‍ය ਇਸ ਤਰ੍ਹਾਂ ਦੇ ਡਿਸੀਜਨ ਲੈਣੇ ਚਾਹੀਦੇ ਸੀ, ਨਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਬੰਦੇ ਨੂੰ। ਹੀ ਇਜ਼ ਅ ਵੀਕ ਕਰੈਕਟਰ ਵਿਦ ਸਟਰੋਂਗ ਬਾਡੀ, ਹੀ ਕੁਡ ਹੈਵ positive and constructive life, but dark past could not result in so। ਉਸ ਨੂੰ ਇੱਕ ਪੋਜ਼ਿਟਿਵ ਤੇ ਸੁਧਾਰ ਵਾਲੀ ਔਰ ਸਕਾਰਾਤਮਕ ਰਚਨਾਤਮਕ ਜ਼ਿੰਦਗੀ ਜੀਣੀ ਚਾਹੀਦੀ ਸੀ, ਲੇਕਿਨ ਉਸਦੇ ਹਨੇਰੇ ਭੂਤਕਾਲ ਨੇ, ਉਸਦੇ ਹਨੇਰੇ ਜਿਹੜਾ ਹੈ ਬੀਤੇ ਹੋਏ ਸਮੇਂ ਨੇ ਇਸ ਤਰ੍ਹਾਂ ਦੇ ਰਿਜ਼ਲਟ ਨਹੀਂ ਲਿਆਉਣ ਦਿੱਤੇ। ਠੀਕ ਹੈ, ਉਹ ਕੀ ਸੀ, ਹਮੇਸ਼ਾ ਜੁੜਿਆ ਰਹਿੰਦਾ ਸੀ ਪਾਸਟ ਦੇ ਵਿੱਚ। ਹੀ ਮਸਟ ਹੈਵ ਇੰਜੋਇਡ ਫੈਮਿਲੀ ਹਿਜ਼ ਸਨਸ ਬਟ ਹੀ ਕੁਡ ਨਾਟ। ਉਸ ਨੂੰ ਆਪਣਾ ਪਰਿਵਾਰ ਅਤੇ ਆਪਣੇ ਬੱਚਿਆਂ ਨੂੰ ਦੇ ਸਾਥ ਨੂੰ ਮਾਣਨਾ ਚਾਹੀਦਾ ਸੀ, ਉਸ ਦਾ ਆਨੰਦ ਮਾਣਨਾ ਚਾਹੀਦਾ ਸੀ, ਲੇਕਿਨ ਉਹ ਨਹੀਂ ਮਾਣ ਸਕਿਆ। ਟਰੂਲੀ ਹੀ ਲੈਕਸ ਵੈਰੀ ਮਚ ਫਾਈਟਿੰਗ ਸਪਿਰਿਟ। ਸੱਚਮੁੱਚ ਹੀ ਉਸ ਦੇ ਵਿੱਚ ਇੱਕ ਜੁਝਾਰੂ ਭਾਵਨਾ ਔਰ ਤਾਕਤ ਦੀ ਕਮੀ ਸੀ। ਸਪਿਰਿਟ ਟੂ ਲਿਫਟ ਹਿਮਸੈਲਫ ਆਫਟਰ ਐਵਰੀ ਫਾਲ। ਹਰ ਜਿਹੜਾ ਹੈ ਅਸਫਲਤਾ ਤੋਂ ਬਾਅਦ ਉੱਠਣ ਦੀ ਇੱਕ ਤਾਕਤ ਨਹੀਂ ਸੀ ਉਸ ਦੇ ਵਿੱਚ। ਵਿਲ ਟੂ ਵਿਨ, ਇੱਕ ਇੱਛਾ ਸ਼ਕਤੀ ਨਹੀਂ ਸੀ ਕਿ ਜਿੱਤਣਾ ਹੀ ਜਿੱਤਣਾ ਹੈ। ਇਹ ਬੱਚਿਓ ਕੁਝ ਕਮੀਆਂ ਹੋਣ ਕਰਕੇ ਸਾਡਾ ਜਿਹੜਾ ਨਾਇਕ ਹੈ ਰਹੀਮ ਖਾਨ, ਉਹ ਬਹੁਤ ਕਮਜ਼ੋਰ ਵਿਅਕਤੀਤਵ ਦਾ ਮਾਲਕ ਲੱਗਦਾ ਹੈ। ਵੀ ਫੀਲ ਪਿਟੀ ਫॉर ਹਿਮ, ਅਸੀਂ ਉਸ 'ਤੇ ਦਇਆ ਦਿਖਾ ਸਕਦੇ ਹਾਂ। ਹਿਜ਼ ਡੈਥ ਗਿਵਜ਼ ਅਸ ਏ ਬਿਗ ਜੋਲਟ, ਏ ਬਿਗ ਸ਼ੌਕ। ਉਸ ਦੀ ਮੌਤ ਨੇ ਸਾਨੂੰ ਇੱਕ ਬਹੁਤ ਗਹਿਰਾ ਸਦਮਾ ਦਿੱਤਾ। ਅਚਾਨਕ ਜਿਸ ਤਰੀਕੇ ਨਾਲ ਉਹ ਮਰ ਗਿਆ, ਅਨਵੈਪਟ, ਅਨਮੌਂਡ, ਹਾਂਜੀ, ਕੋਈ ਵੀ ਉਸ ਦੇ ਲਾਗੇ ਨਹੀਂ ਸਿਵਾਏ ਚਿੜੀਆਂ ਦੇ। ਪਿਆਰੇ ਬੱਚਿਓ, ਮੈਂ ਹਮੇਸ਼ਾ ਇਹ ਕੋਸ਼ਿਸ਼ ਕਰਦਾ ਹਾਂ ਕਿ ਮਟੀਰੀਅਲ ਨੂੰ ਇਸ ਤਰੀਕੇ ਨਾਲ ਅਰੇਂਜ ਕੀਤਾ ਜਾਏ ਕਿ ਉਸ ਦਾ ਪ੍ਰਯੋਗ ਇੱਕ ਤੋਂ ਦੂਜੇ ਅਤੇ ਦੂਜੇ ਤੋਂ ਤੀਜੇ ਕੁਐਸਚਨਸ ਦੇ ਵਿੱਚ ਹੋ ਜਾਏ। ਅਤੇ ਜੇਕਰ ਤੁਸੀਂ ਥੀਮ ਲਿਖਣਾ ਹੈ ਤਾਂ ਇਹੀ ਆਨਸਰ ਜਿਹੜਾ ਮੈਂ ਉੱਪਰ ਦਿੱਤਾ ਹੈ ਲਿਖ ਸਕਦੇ ਹੋ, ਕਿਉਂਕਿ ਬਹੁਤ ਸਾਰੀਆਂ ਲਾਈਨਾਂ ਇਹ ਨੇ ਜਿਹੜੀਆਂ ਮੇਨ ਆਈਡੀਆ ਨੂੰ ਰਿਪਰੈਜ਼ੈਂਟ ਕਰਦੀਆਂ ਨੇ, ਥੀਮ ਨੂੰ ਕਰਦੀਆਂ ਨੇ। What lesson do you learn from this lesson? ਇਹੀ ਕੁਐਸਚਨ ਹੈ। What is the message conveyed in this story? Explain। ਤੇ ਤੁਸੀਂ ਇਹ ਹੀ ਲਿਖ ਦੇਣਾ ਹੈ, ਇਨ ਬਿਨ ਇਹੀ ਸਭ ਕੁਝ ਲਿਖ ਦੇਣਾ ਹੈ। ਪਿਆਰੇ ਬੱਚਿਓ, ਛੋਟੇ ਕੁਐਸਚਨਸ ਨੇ। I have brought for you this short questions। ਇਹਨਾਂ ਨੂੰ ਮੈਂ ਬਹੁਤ ਹੀ ਆਸਾਨ ਢੰਗ ਦੇ ਨਾਲ ਲਿਖਿਆ, ਬਹੁਤ ਬਰੀਫ ਨੇ। ਠੀਕ ਹੈ। What was Rahim Khan's occupation? He was a farmer, किसान से। He walked with haughty and unfriendly air। What does this suggest? Unfriendly way ਦੇ ਨਾਲ, ਹੰਕਾਰ ਦੇ ਨਾਲ ਉਹ ਤੁਰ ਰਿਹਾ ਸੀਗਾ। ਕੀ ਦੱਸਦਾ ਹੈ? ਉਹਦਾ ਈਗੋ ਔਰ ਅਨਸੋਸ਼ਲ ਐਟੀਟਿਊਡ ਦੱਸਦਾ ਹੈ। ਈਗੋ ਮੀਨਸ ਉਸਦੇ ਹਉਮੈ ਨੂੰ ਦੱਸਦਾ ਹੈ, ਉਹਦੇ ਹੰਕਾਰ ਨੂੰ ਦੱਸਦਾ ਹੈ, ਅਤੇ ਉਹ ਅਸਮਾਜਿਕ ਸੀ, ਇਸ ਚੀਜ਼ ਨੂੰ ਦੱਸਦਾ ਹੈ। ਥਰਡ ਕੁਐਸਚਨ ਹੈ, the other day he killed by mayor। Was Rahim Khan entirely to blame? ਤੇ ਇਸ ਦਾ ਆਨਸਰ ਹੈ no। ਰਹੀਮ ਖਾਨ was not entirely to blame। ਰਹੀਮ ਖਾਨ ਨੂੰ ਜਿਹੜਾ ਹੈ ਅਸੀਂ ਬਲੇਮ ਨਹੀਂ ਕਰ ਸਕਦੇ। ਕਿਉਂ ਨਹੀਂ ਰਹੀਮ ਖਾਨ ਨੂੰ ਬਲੇਮ ਕਰ ਸਕਦੇ? ਕਿਉਂਕਿ ਜ਼ੈਲਦਾਰ's son let his mare enter into the fields of Rahim Khan। ਜ਼ੈਲਦਾਰ ਦੇ ਪੁੱਤਰ ਨੇ ਸ਼ਰਾਰਤ ਕੀਤੀ ਕਿ ਆਪਣੀ ਘੋੜੀ ਨੂੰ ਰਹੀਮ ਖਾਨ ਦੇ ਖੇਤਾਂ 'ਚ ਵਾੜ ਦਿੱਤਾ, ਟੂ ਗ੍ਰੇਜ਼ ਦਾ ਕ੍ਰੌਪਸ, ਕਿ ਉਸ ਦੀ ਫਸਲ ਨੂੰ ਖਾ ਜਾਣ। ਠੀਕ ਹੈ। ਅਤੇ ਬੱਚਿਓ, ਅਤੇ ਫਿਰ ਤਾਂ ਇਹ ਹੈ ਕਿ ਉਸਨੇ ਕੁੱਟਣਾ ਹੀ ਸੀ। ਉਸਨੇ ਜਿਹੜੀ ਹੈ ਘੋੜੀ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ। What news did Rahim Khan get on returning to his hut? ਜਦੋਂ ਉਹ ਝੋਪੜੀ ਵਿੱਚ ਵਾਪਸ ਆਇਆ ਤਾਂ ਰਹੀਮ ਖਾਨ ਨੂੰ ਕਿਹੜੀ ਖਬਰ ਮਿਲੀ? ਕੀ ਖਬਰ ਮਿਲੀ ਸੀ ਕਿ ਉਸਦੀ ਵਾਈਫ ਉਸਨੂੰ ਛੱਡ ਕੇ ਚਲੀ ਗਈ ਹੈ। His wife had left him and went to live with his brother। ਠੀਕ ਹੈ। ਕੁਐਸਚਨ ਨੰਬਰ 5, what were
Rahim Khan's ambition as a young man. ਰਹੀਮ ਖਾਨ ਦੀ ਅੰਬੀਸ਼ਨ ਕੀ ਸੀ ਜਦੋਂ ਉਹ ਇੱਕ ਨਵਯੁਵਕ ਸੀ? ਤੁਹਾਨੂੰ ਪਤਾ ਹੀ ਹੈ ਬੱਚਿਓ, ਰਾਧਾ ਨਾਮ ਦੀ ਲੜਕੀ ਦੇ ਨਾਲ ਸ਼ਾਦੀ ਕਰਨੇ ਔਰ ਸਰਕਸ ਜੁਆਇਨ ਕਰਨੀ। ਰਹੀਮ ਖਾਨ's ambition as a young man were to marry a girl named Radha। ਠੀਕ ਹੈ, both were not fulfilled। ਦੋਨੋਂ ਜਿਹੜੀਆਂ ਸੀ ਨਹੀਂ ਪੂਰੀਆਂ ਹੋ ਸਕੀਆਂ। ਠੀਕ ਹੈ, ਤੋ नेक्स्ट है, वाई वॉज रहीम खान नॉट एबल टू ज्वाइन सर्कस? क्योंकि उसका फादर सोचता सी कि नहीं सर्कस पसंद, सर्कस ज्वाइन करना पसंद नहीं करता सी। उसका फादर वो सोचता सी एक बहुत नीवें दर्जे का काम है। रहीम खान फादर डिड नॉट लाइक टू ज्वाइन सर्कस। इट वॉज ए लॉली बिजनेस फॉर हिम। सो रहीम खान कुड नॉट ज्वाइन द सर्कस। प्यारे बच्चों, नेक्स्ट है 7th नंबर का क्वेश्चन है, हाउ डिड रहीम खान रोमांस विद राधा एंड? दोवां दी वक्री वक्री जगह ते शादी हो गई सी। राधा गॉट मैरिड टू मिडल ईस्ट बनिया। राधा अधेड़ उम्र दे एक बनिया दे नाल उसका विआह हो गया। रहीम वाज आल्सो मैरिड टू ए मुस्लिम गर्ल। वो मुस्लिम लड़की दे नाल शादी हो गई उसकी। ठीक है, आर्डन एंटर्ड हिज हिदर टू काइंडली सोल। एक्सप्लेन। उसके नाजुक आत्मा दे विच एक लोह प्रवेश कर गया। मतलब उसकी जिहड़ी आत्मा सी दयालुता नाल भरी हुई आत्मा बहुत सख्त हो गई। आफ्टर द लॉस ऑफ बोथ ambitions, Rahim Khan became unfriendly, unsocial and revengeous to all। इन्हां दो जिंदगी दे मकसद ख़त्म हो जाने तो बाद रहीम खान बहुत ज़्यादा असमाजिक ਅਤੇ ਬਦਲਾ ਲੈਣ ਦੀ ਭਾਵਨਾ ਨਾਲ ਭਰ ਗਿਆ। ਹੀ ਬਿਕੇਮ ਕਰੂਅਲ। ਉਹ ਜ਼ਾਲਮ ਪ੍ਰਵਰਤੀ ਦਾ ਹੋ ਗਿਆ। ਹਾਊ ਡਿਡ ਦ ਪੂਅਰ ਰਹੀਮ ਖਾਨ ਡਾਈ? ਇੰਪੋਰਟੈਂਟ ਕੁਐਸਚਨ ਹੈ ਬੱਚਿਓ, 8ਵਾਂ ਤੇ 9ਵਾਂ ਕੁਐਸਚਨ। ठीक है, पुअर रहीम खान डाइड लोनली, हार्ट ब्रोकन। पुअर रहीम खान, गरीब रहीम खान अकेला मरिया ਅਤੇ ਉਸ ਦਾ ਦਿਲ ਟੁੱਟ ਚੁੱਕਾ ਸੀ। No one was there except sparrows। ਉਸ ਵੇਲੇ ਉਸ ਕੋਲ ਉਸ ਦਾ ਕੋਈ ਸੰਗੀ ਸਾਥੀ ਨਹੀਂ ਸੀ, ਨਾ ਪਤਨੀ ਸੀ ਨਾ ਬੱਚੇ ਸਨ, ਸਿਰਫ ਚਿੜੀਆਂ ਹੀ ਸਨ। He got drenched to save the sparrows from rain। ਉਹ ਬਿਲਕੁਲ ਭਿੱਜ ਗਿਆ ਤਾਂ ਕਿ ਉਹ ਚਿੜੀਆਂ ਨੂੰ ਬਾਰਿਸ਼ ਤੋਂ ਬਚਾ ਸਕੇ। ਠੀਕ ਹੈ, he got fever and died। ਉਹ ਉਸ ਨੂੰ ਬੁਖਾਰ ਹੋ ਗਿਆ ਅਤੇ ਉਹ ਮਰ ਗਿਆ। ਬੱਚਿਓ, ਇਹ ਜਿਹੜਾ 9th ਕੁਐਸਚਨ ਹੈ ਇਸ ਦੇ ਵਿੱਚ ਕਿ 2-3 ਕੁਐਸਚਨ ਬਣ ਜਾਂਦੇ ਨੇ कि how did Rahim Khan behave when it was raining? हाँ जी, why did he behave like this? ठीक है, तो so this was all regarding the chapter the sparrows। I think that you must have a finer grip and more understanding about this chapter। Thank you very much. So nice of you. Have a good day.